ਸਰਦਾਰ ਨਰਿੰਦਰ ਕਪੂਰ ਦੀ ਪੁਸਤਕ ਅੰਤਰ ਝਾਤ ਦਾ ਲੇਖ ਆਤਮ ਵਿਸ਼ਵਾਸ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੀਂਹ ਪਵੇ, ਜ਼ਰੂਰ ਪਏਗਾ। ਮੀਂਹ ਦਾ ਪੈਣਾ ਤੁਹਾਡੀ ਉਡੀਕ ਉੱਤੇ ਨਿਰਭਰ ਕਰਦਾ ਹੈ। ਤੁਹਾਡੀ ਸੋਚ ਵਿੱਚੋਂ ਉਹੀ ਕੁਝ ਉਪਜੇਗਾ ਜੋ ਕੁਝ ਤੁਸੀਂ ਬੀਜੋਗੇ। ਤੁਹਾਡੇ ਵਿਸ਼ਵਾਸ ਹੀ ਤੁਹਾਡੇ ਆਲੇ ਦੁਆਲੇ ਦਾ ਵਾਤਾਵਰਨ ਸਿਰਜਦੇ ਹਨ। ਜੀਵਨ ਅਤੇ ਸੰਸਾਰ ਦਾ ਸੋਹਣਾ ਹੋਣਾ ਤੁਹਾਡੇ ਵਿਸ਼ਵਾਸ ਉੱਤੇ, ਤੁਹਾਡੇ ਭਰੋਸੇ ਉੱਤੇ, ਤੁਹਾਡੇ ਦ੍ਰਿਸ਼ਟੀਕੋਣ ਉੱਤੇ ਨਿਰਭਰ ਕਰਦਾ ਹੈ। ਸਿਆਣਪ ਨਾਲੋਂ ਦ੍ਰਿਸ਼ਟੀਕੋਣ ਵਧੇਰੇ ਮਹੱਤਵਪੂਰਨ ਹੁੰਦਾ ਹੈ। ਜੇਲ੍ਹ ਦੀਆਂ ਸੀਖਾਂ ਪਿੱਛੇ ਖਲੋਤਿਆਂ ਕੋਠੜੀ ਦੀ ਛੱਤ ਜਾਂ ਅਸਮਾਨ ਦੋਵੇਂ ਵੇਖੇ ਜਾ ਸਕਦੇ ਹਨ। ਇਹ ਤੁਹਾਡੇ ਦ੍ਰਿਸ਼ਟੀਕੋਣ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਛੱਤ ਵੇਖਦੇ ਹੋ ਜਾਂ ਅਸਮਾਨ। ਸਾਡਾ ਜੀਵਨ ਸਾਡੇ ਦ੍ਰਿਸ਼ਟੀਕੋਣ ਦਾ ਹੀ ਪ੍ਰਕਾਸ਼ ਹੈ। ਆਪਣੇ ਦ੍ਰਿਸ਼ਟੀਕੋਣ ਨੂੰ ਬਦਲ ਕੇ ਅਸੀਂ ਯਥਾਰਥ ਦਾ ਰੂਪ ਬਦਲ ਸਕਦੇ ਹਾਂ, ਹਨੇਰੇ ਨੂੰ ਪ੍ਰਕਾਸ਼ ਵਿੱਚ ਬਦਲ ਸਕਦੇ ਹਾਂ। ਲੋਕਾਂ ਵਿੱਚ ਅੰਤਰ ਉਹਨਾਂ ਦੇ ਵਿਸ਼ਵਾਸਾਂ ਕਾਰਨ ਹੀ ਹੁੰਦਾ ਹੈ। ਇਹ ਅੰਤਰ ਬਹੁਤ ਥੋੜ੍ਹਾ ਹੀ ਹੁੰਦਾ ਹੈ, ਪਰ ਵੱਡੀ ਗੱਲ ਇਹ ਹੁੰਦੀ ਹੈ ਕਿ ਕਿਸੇ ਦੇ ਵਿਸ਼ਵਾਸ ਹਾਂ ਪੱਖੀ ਹਨ ਜਾਂ ਨਾ ਪੱਖੀ। ਬਾਕੀ ਸਭ ਅੰਤਰ ਇਸ ਮੁੱਖ ਅੰਤਰ ਦੇ ਅਧੀਨ ਵਿਚਰਦੇ ਹਨ। ਆਪਣੇ ਵਿਸ਼ਵਾਸਾਂ ਤੇ ਆਦਰਸ਼ਾਂ ਨੂੰ ਤਿਆਗਣ ਕਾਰਨ ਹੀ ਮਨੁੱਖ ਬੁੱਢਾ ਹੁੰਦਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਅਸੀਂ ਓਨਾ ਹੀ ਖੁਸ਼ ਹੋ ਸਕਦੇ ਹਾਂ ਜਿੰਨਾ ਖੁਸ਼ ਹੋਣ ਦੀ ਸਾਡੇ ਵਿੱਚ ਹਿੰਮਤ ਹੈ, ਯੋਗਤਾ ਹੈ, ਸਮਰੱਥਾ ਹੈ। ਜ਼ਿੰਦਗੀ ਨੂੰ ਚਿੰਤਾਵਾਂ ਤੇ ਫਿਕਰਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਬਿਮਾਰੀਆਂ ਦੇ ਲੇਖੇ ਨਹੀਂ ਲਾਈ ਜਾ ਸਕਦੀ। ਉਤਸ਼ਾਹ ਨਾਲ ਹਾਰ ਨੂੰ ਜਿੱਤ ਵਿੱਚ ਬਦਲਿਆ ਜਾ ਸਕਦਾ ਹੈ। ਜੇ ਤੁਸੀਂ ਬਿਮਾਰ ਹੋ ਤਾਂ ਆਪਣੇ ਠੀਕ ਹੋਣ ਦੀ ਇੱਕ ਤਾਰੀਖ ਮਿਥ ਲਵੋ। ਉਸ ਉਪਰੰਤ ਬਿਮਾਰ ਹੋਣ ਤੋਂ ਇਨਕਾਰ ਕਰ ਦੇਵੋ। ਇਵੇਂ ਕਰਕੇ ਤਾਂ ਵੇਖੋ। ਅਤੀਤ ਦੇ ਕਾਲੇ ਪਰਛਾਵਿਆਂ ਨਾਲ ਭਵਿੱਖ ਦਾ ਸੂਰਜ ਨਹੀਂ ਵੇਖਿਆ ਜਾ ਸਕਦਾ। ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਕੱਲ੍ਹ ਦੀ ਨੁਹਾਰ ਸਾਡੇ ਵਿਸ਼ਵਾਸਾਂ ਤੇ ਸ਼ੰਕਿਆਂ ਉੱਤੇ ਨਿਰਭਰ ਕਰਦੀ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਫਲਤਾ, ਖੁਸ਼ੀ ਅਤੇ ਸੰਤੋਖ ਕਿਸੇ ਮੰਜ਼ਿਲ ਦਾ ਨਾਂ ਨਹੀਂ, ਇਹ ਯਾਤਰਾ ਦੇ ਢੰਗ ਹਨ। ਉਸਾਰੂ ਦ੍ਰਿਸ਼ਟੀਕੋਣ ਨਾਲ ਹੀ ਉਸਾਰੂ ਸੋਚ ਉਪਜਦੀ ਹੈ। ਉਸਾਰੂ ਸੋਚ ਨਾਲ ਹੀ ਸੰਭਵ ਹੁੰਦੀ ਹੈ। ਨਿਰਸੰਦੇਹ ਜੀਵਨ ਸੰਕਟਾਂ ਤੇ ਦੁਚਿੱਤੀਆਂ ਨਾਲ ਉਧੜਿਆ ਹੋਇਆ ਹੈ, ਫਿਕਰਾਂ ਵਿੱਚ ਘਿਰਿਆ ਹੋਇਆ ਹੈ। ਪਰ ਸਾਡਾ ਅਨੁਭਵ ਦੱਸਦਾ ਹੈ ਕਿ ਫਿਕਰ ਅਤੇ ਦੁਚਿੱਤੀਆਂ ਕਲਪਨਾ ਦੀ ਦੁਰਵਰਤੋਂ ਵਿੱਚੋਂ ਜਨਮਦੀਆਂ ਹਨ। ਇਹ ਸਵੈ ਭਰੋਸੇ ਦੀ ਅਣਹੋਂਦ ਦੀਆਂ ਅਲਾਮਤਾਂ ਹਨ। ਉਸਾਰੂ ਸੋਚ ਵਾਲਾ ਇੱਕ ਵਿਅਕਤੀ ਵੀ ਬਹੁ ਗਿਣਤੀ ਹੁੰਦਾ ਹੈ। ਤੁਹਾਡੀ ਅਕਲ ਨਹੀਂ, ਤੁਹਾਡੇ ਵਿਸ਼ਵਾਸ ਤੁਹਾਡੇ ਜੀਵਨ ਦੀ ਹੱਦ ਮਿੱਥਦੇ ਹਨ। ਆਪਣੀ ਸੋਚ ਅਤੇ ਆਪਣੇ ਵਿਸ਼ਵਾਸਾਂ ਨੂੰ ਨਿਰਧਾਰਤ ਕਰਨ ਵਾਲੇ ਤੁਸੀਂ ਆਪ ਹੀ ਹੋ। ਕਈ ਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਕੋਈ ਵੀ ਫੈਸਲਾ ਪੂਰੀ ਤਰ੍ਹਾਂ ਸੰਤੋਖਜਨਕ ਨਹੀਂ ਹੁੰਦਾ, ਪਰ ਇਸ ਦਾ ਅਰਥ ਇਹ ਨਹੀਂ ਕਿ ਕੋਈ ਫੈਸਲਾ ਕੀਤਾ ਹੀ ਨਾ ਜਾਵੇ। ਜੀਵਨ ਵਿੱਚ ਬਹੁਤ ਕੁਝ ਹੈ ਜੋ ਅਸੰਭਵ ਹੁੰਦਾ ਹੈ, ਪਰ ਜੋ ਕੁਝ ਸੰਭਵ ਹੁੰਦਾ ਹੈ ਉਹ ਕਿਹੜੇ ਪਾਸਿਓਂ ਘੱਟ ਹੈ। ਰੱਬ ਵੀ ਹਨੇਰੇ ਨੂੰ ਸੂਰਜ ਸਾਹਮਣੇ ਨਹੀਂ ਲਿਆ ਸਕਦਾ। ਰੱਬ ਦੀਆਂ ਵੀ ਸੀਮਾਵਾਂ ਹਨ, ਮਨੁੱਖ ਦੀਆਂ ਕਿਉਂ ਨਾ ਹੋਣ। ਲੋੜ ਤਾਂ ਸੀਮਾਵਾਂ ਦੇ ਅੰਦਰ ਛੁਪੀਆਂ ਹੋਈਆਂ ਸੰਭਾਵਨਾਵਾਂ ਨੂੰ ਵੇਖਣ ਦੀ ਹੈ। ਹੌਸਲੇ ਬਿਨਾਂ ਧਾਰਮਿਕ ਹੋਣਾ ਸੰਭਵ ਨਹੀਂ। ਮਾਪਿਆਂ ਦਾ ਸਤਿਕਾਰ ਕਰਨ ਵਾਸਤੇ ਬੜੇ ਹੌਸਲੇ ਦੀ ਲੋੜ ਹੁੰਦੀ ਹੈ। ਜੋ ਆਪਣੇ ਮਾਪਿਆਂ ਦੇ ਵਿਰੁੱਧ ਹਨ ਉਹ ਉੱਚੀਆਂ ਸੋਚਾਂ ਦੇ ਪੱਖ ਵਿੱਚ ਨਹੀਂ ਹੋ ਸਕਦੇ। ਉਹ ਜ਼ਿੰਦਗੀ ਵੱਲ ਮੁਸਕਰਾ ਕੇ ਨਹੀਂ ਵੇਖ ਸਕਦੇ। ਉਹ ਜ਼ਿੰਦਗੀ ਨਾਲ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਅਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ। ਜੇ ਤੁਸੀਂ ਆਪ ਇਮਾਨਦਾਰ ਬਣ ਜਾਓ ਤਾਂ ਦੁਨੀਆ ਵਿੱਚੋਂ ਇੱਕ ਬੇਈਮਾਨ ਘਟ ਜਾਏਗਾ। ਇਹ ਤੁਹਾਡੀ ਇੱਕ ਮਹਾਨ ਪ੍ਰਾਪਤੀ ਹੋਵੇਗੀ। ਹਰ ਕਿਸੇ ਦੀ ਸ਼ਿਕਾਇਤ ਹੈ ਕਿ ਉਸ ਦੀ ਯੋਗਤਾ ਦਾ ਮੁੱਲ ਨਹੀਂ ਪਿਆ। ਤੁਸੀਂ ਆਪਣਾ ਮੁੱਲ ਪਵਾਉਣਾ ਕਿਸ ਤੋਂ ਚਾਹੁੰਦੇ ਹੋ? ਜਿਨ੍ਹਾਂ ਤੋਂ ਤੁਸੀਂ ਆਪਣਾ ਮੁੱਲ ਪਵਾਉਣਾ ਚਾਹੁੰਦੇ ਹੋ
ਉਹਨਾਂ ਦਾ ਤੁਸੀਂ ਕੀ ਮੁੱਲ ਪਾ ਰਹੇ ਹੋ? ਹਰ ਕਿਸੇ ਦੀ ਸ਼ਿਕਾਇਤ ਹੈ ਕਿ ਉਹ ਵਕਤ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਹੈ। ਦੱਸੋ ਤਾਂ ਸਹੀ, ਬੁੱਢੇ ਹੋਣ ਦਾ ਠੀਕ ਵਕਤ ਕਿਹੜਾ ਹੈ? ਹਰ ਕੋਈ ਕਹਿ ਰਿਹਾ ਹੈ ਕਿ ਧਨ ਦੀ ਕਾਣੀ ਵੰਡ ਹੋਈ ਹੈ। ਧਨ ਦੀ ਠੀਕ ਵੰਡ ਕਿਹੜੀ ਹੈ? ਜੇ ਦੇਸ਼ ਦੀ ਸਾਰੀ ਦੌਲਤ ਸਭ ਵਿੱਚ ਬਰਾਬਰ ਵੰਡ ਦਿੱਤੀ ਜਾਏ ਤਾਂ ਹਿਸਾਬ ਲਾਓ ਹਰ ਕਿਸੇ ਦੇ ਹਿੱਸੇ ਕਿੰਨਾ ਧਨ ਆਏਗਾ। ਜਦੋਂ ਸਭ ਕੋਲ ਬਰਾਬਰ ਧਨ ਆ ਜਾਏਗਾ ਤਾਂ ਕੰਮ ਕੌਣ ਕਰੇਗਾ? ਕਿਉਂ ਕਰੇਗਾ? ਕੁਝ ਘੰਟਿਆਂ ਵਿੱਚ ਹੀ ਸਥਿਤੀ ਪਹਿਲੇ ਵਾਲੀ ਕਿਉਂ ਨਹੀਂ ਹੋ ਜਾਏਗੀ? ਮਸਖਰੇ ਅੰਦਰੋਂ ਬੜੇ ਉਦਾਸ ਹੁੰਦੇ ਹਨ। ਵਾਸਤਵ ਵਿੱਚ ਉਹ ਇਸ ਲਈ ਹੱਸਦੇ ਰਹਿੰਦੇ ਹਨ ਕਿ ਕਿਧਰੇ ਉਹਨਾਂ ਦਾ ਰੋਣ ਨਾ ਨਿਕਲ ਜਾਏ। ਜੀਵਨ ਦਾ ਇਹ ਵੀ ਇੱਕ ਢੰਗ ਹੈ। ਜਦੋਂ ਤੁਸੀਂ ਉਦਾਸ ਹੋ ਜਾਓ ਤਾਂ ਕਿਸੇ ਹਸਪਤਾਲ ਦਾ ਇੱਕ ਫੇਰਾ ਮਾਰੋ, ਤੁਹਾਡੇ ਮਨ ਦੀ ਹਾਲਤ ਬਦਲ ਜਾਏਗੀ। ਕੋਈ ਵੀ ਸਥਿਤੀ ਮਹੱਤਵਪੂਰਨ ਨਹੀਂ ਹੁੰਦੀ, ਉਸ ਪ੍ਰਤੀ ਤੁਹਾਡਾ ਦ੍ਰਿਸ਼ਟੀਕੋਣ ਮਹੱਤਵਪੂਰਨ ਹੁੰਦਾ ਹੈ। ਸਥਿਤੀਆਂ ਉੱਤੇ ਤੁਹਾਡਾ ਕਾਬੂ ਨਹੀਂ ਹੁੰਦਾ, ਪਰ ਉਹਨਾਂ ਵੱਲ ਦ੍ਰਿਸ਼ਟੀਕੋਣ ਉੱਤੇ ਤੁਹਾਡਾ ਕਾਬੂ ਹੁੰਦਾ ਹੈ। ਅਸੀਂ ਹਵਾ ਦਾ ਰੁੱਖ ਤਾਂ ਨਹੀਂ ਬਦਲ ਸਕਦੇ, ਪਰ ਅਸੀਂ ਆਪਣੇ ਬਾਦਬਾਨਾਂ ਨੂੰ ਨਵੀਂ ਵਿਉਂਤ ਦੇ ਸਕਦੇ ਹਾਂ। ਹਰ ਮੁਸ਼ਕਿਲ ਦੇ ਅੱਧ ਵਿੱਚ ਅਵਸਰ ਛੁਪਿਆ ਹੁੰਦਾ ਹੈ। ਹਰ ਮੁਸ਼ਕਿਲ ਦੇ ਅੱਧ ਤੋਂ ਅਵਸਰ ਸ਼ੁਰੂ ਹੁੰਦਾ ਹੈ। ਅਜੋਕਾ ਯੁੱਗ ਉਦਾਸ ਤੇ ਮਾਯੂਸ ਹੋਣ ਦਾ ਯੁੱਗ ਨਹੀਂ, ਚੰਗਾ ਬਣਨ ਦੀਆਂ, ਮਾਨਵ ਜਾਤੀ ਦੀਆਂ ਸੇਵਾ ਕਰਨ ਦੀਆਂ ਜਿੰਨੀਆਂ ਸੰਭਾਵਨਾਵਾਂ ਅਜੋਕੇ ਯੁੱਗ ਵਿੱਚ ਹਨ, ਉਨੀਆਂ ਪਹਿਲੇ ਕਿਸੇ ਵੀ ਯੁੱਗ ਵਿੱਚ ਪ੍ਰਾਪਤ ਨਹੀਂ ਸਨ। ਨਿਰਸੰਦੇਹ ਮਨੁੱਖ ਵਿੱਚ ਜਿੰਨੀ ਗਿਰਾਵਟ ਅਜੋਕੇ ਯੁੱਗ ਵਿੱਚ ਦਿਖਾਈ ਦੇ ਰਹੀ ਹੈ, ਉਨੀ ਪਹਿਲੇ ਕਿਸੇ ਯੁੱਗ ਵਿੱਚ ਨਹੀਂ ਵੇਖੀ ਗਈ। ਪਰ ਵੇਖਣਾ ਤਾਂ ਇਹ ਹੈ ਕਿ ਤੁਸੀਂ ਪਹਾੜ ਨੂੰ ਚੜ੍ਹਨ ਦੀ ਦ੍ਰਿਸ਼ਟੀ ਨਾਲ ਵੇਖਦੇ ਹੋ ਕਿ ਡਿੱਗਣ ਦੇ ਡਰ ਨਾਲ। ਤੁਸੀਂ ਸਮੁੰਦਰ ਨੂੰ ਤੈਰਨ ਦੀ ਸੰਭਾਵਨਾ ਨਾਲ ਵੇਖਦੇ ਹੋ ਜਾਂ ਡੁੱਬ ਜਾਣ ਦੀ ਚਿੰਤਾ ਨਾਲ। ਤੁਸੀਂ ਇਮਤਿਹਾਨ ਵਿੱਚ ਪਾਸ ਹੋਣ ਦੀ ਆਸ ਨਾਲ ਬੈਠਦੇ ਹੋ ਜਾਂ ਫੇਲ ਹੋਣ ਦੇ ਸੰਸ਼ੇ ਨਾਲ। ਤੁਹਾਡੇ ਵਿੱਚ ਉਤਸ਼ਾਹ ਤੇ ਹੌਸਲਾ ਤੁਹਾਡੇ ਯਤਨਾਂ ਨਾਲ ਹੀ ਜਾਗੇਗਾ। ਖੁਸ਼ਹਾਲੀ ਵਾਂਗ ਉਤਸ਼ਾਹ ਵੀ ਮਨ ਦੀ ਇੱਕ ਅਵਸਥਾ ਹੈ। ਕੋਈ ਵੀ ਸਮੱਸਿਆ ਉਸਾਰੂ ਸੋਚ ਸਾਹਮਣੇ ਲੰਮੇ ਅਰਸੇ ਤੱਕ ਨਹੀਂ ਟਿਕ ਸਕਦੀ। ਸਭ ਤੋਂ ਵੱਡੀ ਲੋੜ ਆਪਣੀ ਸੋਚ ਨੂੰ, ਆਪਣੇ ਦ੍ਰਿਸ਼ਟੀਕੋਣ ਨੂੰ, ਆਪਣੇ ਆਪ ਬਾਰੇ ਆਪਣੀ ਰਾਏ ਨੂੰ ਬਦਲਣ ਦੀ ਹੈ। ਦੁਨੀਆ ਉਸਾਰੂ ਸੋਚ ਲਈ ਤੜਪ ਰਹੀ ਹੈ। ਮਨੁੱਖੀ ਮਨ ਵਿੱਚ ਉਪਜਣ ਵਾਲੀ ਹਰ ਕਲਪਨਾ ਸਾਕਾਰ ਕੀਤੀ ਜਾ ਸਕਦੀ ਹੈ ਜੇ ਸਾਡੇ ਹੱਥ ਸਾਡੀ ਕਲਪਨਾ ਦਾ ਸਾਥ ਦੇਣ। ਜਿਹੋ ਜਿਹੀਆਂ ਮਨੁੱਖਾਂ ਦੀਆਂ ਸੋਚਾਂ ਹੁੰਦੀਆਂ ਹਨ, ਜਿਹੋ ਜਿਹੇ ਉਹਨਾਂ ਦੇ ਯਤਨ ਹੁੰਦੇ ਹਨ, ਉਹੋ ਜਿਹੇ ਉਹ ਮਨੁੱਖ ਹੋ ਨਿਬੜਦੇ ਹਨ। ਹਰ ਕਿਸੇ ਦੀ ਜ਼ਿੰਦਗੀ ਵਿੱਚ ਅਕਸਰ ਕੁਝ ਅਜਿਹਾ ਵਾਪਰਦਾ ਹੈ ਕਿ ਜੀਵਨ ਦਾ ਰੰਗ ਢੰਗ ਬਦਲ ਜਾਂਦਾ ਹੈ। ਜ਼ਿੰਦਗੀ ਇੱਕ ਮੋੜ ਕੱਟਦੀ ਹੈ। ਵਿਆਹ ਕਿਧਰੇ ਹੁੰਦਾ ਕਿਧਰੇ ਹੋਰ ਹੋ ਜਾਂਦਾ ਹੈ। ਕੋਈ ਕੰਮ ਧੰਦਾ ਲੱਭਦਿਆਂ ਲੱਭਦਿਆਂ ਮਨੁੱਖ ਕਿਸੇ ਹੋਰ ਹੀ ਖੇਤਰ ਵਿੱਚ ਜਾ ਪਹੁੰਚਦਾ ਹੈ। ਇਹ ਕੇਵਲ ਤੁਹਾਡੇ ਨਾਲ ਹੀ ਨਹੀਂ ਵਾਪਰਿਆ, ਹਰ ਕਿਸੇ ਨਾਲ ਵਾਪਰਦਾ ਹੈ। ਜੇ ਤੁਸੀਂ ਕਿਸੇ ਦੀ ਮਦਦ ਉਡੀਕ ਰਹੇ ਹੋ ਜਾਂ ਜਿਹੜਾ ਵਿਅਕਤੀ ਤੁਹਾਡੀ ਮਦਦ ਕਰ ਸਕਦਾ ਹੈ, ਤਾਂ ਉਸ ਵਿਅਕਤੀ ਦਾ ਮੈਂ ਤੁਹਾਨੂੰ ਪਤਾ ਦੱਸਦਾ। ਉਸ ਨੂੰ ਤੁਸੀਂ ਸੌਖਿਆਂ ਹੀ ਮਿਲ ਸਕਦੇ ਹੋ। ਆਪਣੇ ਘਰ ਦੇ ਸ਼ੀਸ਼ੇ ਵਿੱਚ ਵੇਖਣਾ, ਉੱਥੇ ਤੁਹਾਨੂੰ ਉਹ ਵਿਖਾਈ ਦੇਵੇਗਾ। ਤੁਹਾਡੀ ਮਦਦ ਤੁਹਾਡੇ ਵੱਲੋਂ ਸ਼ੀਸ਼ੇ ਸਾਹਮਣੇ ਖਲੋ ਕੇ ਸ਼ੀਸ਼ੇ ਵਿੱਚੋਂ ਦਿਖਾਈ ਦਿੰਦਾ ਉਹ ਵਿਅਕਤੀ ਹੀ ਕਰ ਸਕਦਾ ਹੈ, ਉਹ ਹੀ ਕਰੇਗਾ। ਦੁਨੀਆ ਦਾ ਹੋਰ ਕੋਈ ਵਿਅਕਤੀ ਤੁਹਾਡੀ ਮਦਦ ਨਹੀਂ ਕਰ ਸਕਦਾ। ਤੁਹਾਡੀ ਸਫਲਤਾ ਵਿੱਚ ਕੇਵਲ ਉਸ ਨੂੰ ਕੁਝ ਦਿਲਚਸਪੀ ਹੈ। ਉਸ ਨੂੰ ਵੇਖੋ, ਉਸ ਵਿੱਚ ਜਿਹੜੀਆਂ ਘਾਟਾਂ ਤੁਹਾਨੂੰ ਵਿਖਾਈ ਦੇਣ, ਉਹਨਾਂ ਨੂੰ ਦੂਰ ਕਰੋ। ਤੁਹਾਡੇ ਵਿੱਚ ਸੁਧਾਰ ਵਾਪਰੇਗਾ। ਉਸ ਵਿੱਚ ਦੂਜਿਆਂ ਬਾਰੇ, ਉਹਨਾਂ ਦੀਆਂ ਪਤਨੀਆਂ ਬਾਰੇ ਗੈਰ ਜ਼ਿੰਮੇਵਾਰ ਰਾਏ ਦੇਣ ਦੀ ਆਦਤ ਹੈ। ਉਹਨੂੰ ਕਹਿਣਾ ਇਹ ਆਦਤ ਤਿਆਗ ਦੇਵੇ। ਇਸ ਨਾਲ ਉਸ ਨੂੰ ਸ਼ਕਤੀ ਮਿਲੇਗੀ, ਉਸ ਦਾ ਆਤਮ ਬਲ ਵਧੇਗਾ, ਉਸ ਦੀ ਆਪਣੇ ਆਪ ਬਾਰੇ ਰਾਏ ਚੰਗੀ ਹੋ ਜਾਏਗੀ। ਉਸ ਦੀਆਂ ਗਲਤੀਆਂ ਨੂੰ ਮਾਫ਼ ਕਰ ਦੇਣਾ
ਤਾਂ ਕਿ ਉਹ ਜੀਵਨ ਦੇ ਸਫ਼ਰ ਨੂੰ ਨਵੇਂ ਸਿਰਿਓਂ ਸ਼ੁਰੂ ਕਰ ਸਕੇ। ਉਹਨੂੰ ਕਹਿਣਾ ਮਾਫ਼ ਕਰਨ ਦੀ ਦਲੇਰੀ ਉਪਜਾਵੇ। ਇਸ ਨਾਲ ਉਸਦੇ ਮਨ ਦੀ ਖੁਸ਼ਹਾਲੀ ਤੇ ਅਮੀਰੀ ਵਧੇਗੀ। ਉਸਨੂੰ ਦੱਸਣਾ ਕਿ ਉਹ ਕਿਸੇ ਉੱਚੇ ਨਿਸ਼ਾਨੇ ਨੂੰ ਅਪਣਾਏ ਜਿੱਥੇ ਸਫਲਤਾ ਤੇ ਅਸਫਲਤਾ ਵਿਚਕਾਰ ਭੇਦ ਮੁੱਕ ਜਾਂਦਾ ਹੈ। ਉਸਨੂੰ ਸਮਝਾਉਣਾ ਕਿ ਉਹ ਦਿਨ ਦੀ ਕੁੰਜੀ ਨਾਲ ਰਾਤ ਦੇ ਜੰਦਰੇ ਖੋਲ੍ਹੇ। ਉਸਨੂੰ ਕਹਿਣਾ ਕਿ ਉਹ ਗੁਰਦੁਆਰੇ ਵਿਚਲੀ ਅਰਦਾਸ ਵਾਂਗ ਹੋ ਨਿਬੜੇ, ਜਿਸ ਦਾ ਇੱਕ ਇੱਕ ਅੱਖਰ ਪਹਿਲਾਂ ਜੀਵਿਆ ਗਿਆ ਹੈ। ਉਸਨੂੰ ਦੱਸਣਾ ਕਿ ਦੂਜਿਆਂ ਦੀ ਪੈੜ ਟੁਰਨ ਯੋਗਤਾ ਹੁੰਦੀ ਹੈ, ਪਰ ਉਸ ਉੱਤੇ ਟੁਰ ਕੇ ਕਿਸੇ ਨਵੀਂ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ। ਉਹਨੂੰ ਸਮਝਾਉਣਾ ਕਿ ਕਿਸੇ ਦੀ ਬੁਰਾਈ ਪ੍ਰਸੰਨਤਾ ਨਾਲ ਨਾ ਸੁਣੋ ਤੇ ਸਿੱਧਾ ਟੁਰਨ ਵਾਲਿਆਂ ਨਾਲ ਟੇਢਾ ਨਾ ਟੁਰੋ। ਕਰਮ ਕਰਨ ਨਾਲ ਵੀ ਭਾਵੇਂ ਉਸਨੂੰ ਪ੍ਰਸੰਨਤਾ ਨਾ ਮਿਲੇ, ਪਰ ਉਸਨੂੰ ਪਤਾ ਹੀ ਹੋਏਗਾ ਕਿ ਕਰਮ ਤੋਂ ਬਿਨਾਂ ਪ੍ਰਸੰਨਤਾ ਦੇ ਕੋਈ ਅਰਥ ਨਹੀਂ ਹੁੰਦੇ। ਛੋਟਾਪਣ ਤੇ ਅਧੂਰਾਪਣ ਆਧੁਨਿਕ ਯੁੱਗ ਦਾ ਇੱਕ ਰੋਗ ਹੈ। ਜਿਸ ਵਿੱਚ ਇਹ ਰੋਗ ਹੋਵੇ ਉਸ ਵਿੱਚ ਆਤਮ ਬਲ ਨਹੀਂ ਉਪਜਦਾ। ਵੱਡੇ ਜਹਾਜ਼ ਡੂੰਘੇ ਪਾਣੀਆਂ ਵਿੱਚ ਹੀ ਉਤਰਦੇ ਹਨ। ਛੋਟੇ ਲੋਕਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸੰਸਾਰ ਉਹਨਾਂ ਦੀ ਜਾਣਕਾਰੀ ਤੋਂ ਵੱਡਾ ਨਾ ਹੋਵੇ। ਉਹ ਨਹੀਂ ਜਾਣਦੇ ਕਿ ਜੋ ਹੋ ਰਿਹਾ ਹੈ ਉਸ ਦਾ ਹੋਣਾ ਵੀ ਉਸ ਨੂੰ ਮੁੱਲਵਾਨ ਬਣਾ ਰਿਹਾ ਹੈ। ਵੱਡੇ ਇਰਾਦਿਆਂ ਤੋਂ ਬਿਨਾਂ, ਵਿਸ਼ਾਲ ਦ੍ਰਿਸ਼ਟੀ ਤੋਂ ਬਿਨਾਂ, ਉੱਚੀਆਂ ਸੋਚਾਂ ਤੋਂ ਬਿਨਾਂ ਨਾ ਵੱਡਿਆਂ ਹੋਇਆ ਜਾ ਸਕਦਾ, ਨਾ ਹੀ ਵਿਸ਼ਾਲ ਤੇ ਨਾ ਹੀ ਉੱਚਾ। ਕੋਈ ਵੀ ਕੰਮ ਕਰਨ ਦਾ ਜਿਹੜਾ ਢੰਗ ਤੁਸੀਂ ਜਾਣਦੇ ਹੋ ਉਸ ਨਾਲੋਂ ਚੰਗੇਰਾ ਢੰਗ ਵੀ ਹੈ, ਉਸ ਨੂੰ ਲੱਭੋ। ਕਿਸੇ ਨੇ ਕਿਹਾ ਕਿ ਜਿਨ੍ਹਾਂ ਮੁਸੀਬਤਾਂ ਤੋਂ ਅਸੀਂ ਡਰਦੇ ਹਾਂ ਉਹ ਮੁਸੀਬਤਾਂ ਘੱਟ ਹੀ ਵਾਪਰਦੀਆਂ ਹਨ। ਜੇ ਗੌਰ ਨਾਲ ਵੇਖੀਏ ਤਾਂ ਪਤਾ ਲੱਗੇਗਾ ਕਿ ਦੁਨੀਆ ਉਸਾਰੂ ਸੋਚ ਵਾਲੇ ਵਿਅਕਤੀਆਂ ਕਾਰਨ ਹੀ ਚੱਲ ਰਹੀ ਹੈ। ਉਤਸ਼ਾਹ ਦੀ ਵੀ ਲਾਗ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਇਹ ਲਾਗ ਤੁਹਾਨੂੰ ਲੱਗੇ, ਤੁਸੀਂ ਇਹ ਲਾਗ ਦੂਜਿਆਂ ਨੂੰ ਲਗਾ ਦਿਓ। ਕੁਝ ਪੰਛੀਆਂ ਤੇ ਜਾਨਵਰਾਂ ਵਿੱਚ ਦੂਜਿਆਂ ਨਾਲੋਂ ਵਧੇਰੇ ਉਤਸ਼ਾਹ ਹੁੰਦਾ ਹੈ। ਧਿਆਨ ਨਾਲ ਵੇਖਣਾ ਕਿ ਵੱਗ ਵਿੱਚ ਅੱਗੇ ਰਹਿਣ ਵਾਲੀ ਗਊ ਹਰ ਰੋਜ਼ ਅੱਗੇ ਰਹੇਗੀ। ਜਿਨ੍ਹਾਂ ਨੇ ਕਬੂਤਰ ਜਾਂ ਹੋਰ ਪੰਛੀ ਪਾਲੇ ਹੁੰਦੇ ਹਨ ਉਹ ਜਾਣਦੇ ਹੁੰਦੇ ਹਨ ਕਿ ਅੱਗੇ ਰਹਿਣ ਵਾਲਾ ਕਬੂਤਰ ਹਰ ਉਡਾਣ ਵਿੱਚ ਅੱਗੇ ਹੀ ਰਹਿੰਦਾ ਹੈ। ਤੁਹਾਡੇ ਮੂੰਹ ਦੇ ਕੋਨੇ ਦੱਸਣਗੇ ਕਿ ਤੁਸੀਂ ਪ੍ਰਸੰਨ ਹੋ ਜਾਂ ਉਦਾਸ। ਸੁਹਾਵਣੇ ਦ੍ਰਿਸ਼ ਵੇਖਦਿਆਂ ਅਜੇ ਤੱਕ ਕਿਸੇ ਦੀਆਂ ਅੱਖਾਂ ਨਹੀਂ ਥੱਕੀਆਂ। ਸੂਰਜ ਵੱਲ ਵੇਖਦਿਆਂ ਸਾਨੂੰ ਪਰਛਾਵੇਂ ਨਹੀਂ ਦਿਸਦੇ। ਤੁਹਾਡੇ ਸੁਪਨੇ ਤੁਹਾਡੀਆਂ ਸੰਭਾਵਨਾਵਾਂ ਹਨ। ਇਹਨਾਂ ਦਾ ਸੱਚ ਹੋਣਾ ਜਾਂ ਨਾ ਹੋਣਾ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਆਤਮ ਵਿਸ਼ਵਾਸ ਲੰਮੀ ਉਡੀਕ ਦਾ ਸਿੱਟਾ ਹੁੰਦਾ ਹੈ। ਸਫੈਦਿਆਂ ਨੂੰ ਬੀਜਣ ਵਾਲੇ ਟਾਹਲੀਆਂ ਦੀਆਂ ਆਸਾਂ ਨਾ ਲਾਉਣ। ਉਡੀਕ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਸਾਨੂੰ ਬਹੁਤ ਕੁਝ ਦਿੰਦੀ ਹੈ। ਉਡੀਕ ਸਾਡਾ ਘੁਮੰਡ ਤੋੜਦੀ ਹੈ। ਇਹ ਉਮੀਦ ਦਾ ਰੋਮਾਂਸ ਸਿਰਜਦੀ ਹੈ। ਨਿਰਾਸ਼ਾ ਦਾ ਯਥਾਰਥ ਸਾਡੇ ਸਨਮੁਖ ਕਰਦੀ ਹੈ। ਆਸ਼ਾ ਤੇ ਨਿਰਾਸ਼ਾ ਦੇ ਵਿਚਕਾਰ ਸੋਗ ਬੈਠਾ ਹੈ। ਹਰ ਉਡੀਕ ਦੇ ਕੇਂਦਰ ਵਿੱਚ ਮਨੁੱਖ ਹੈ। ਉਂਝ ਤਾਂ ਉਡੀਕ ਕਰਨੀ ਸੌਖੀ ਨਹੀਂ ਹੁੰਦੀ, ਪਰ ਜੇ ਉਡੀਕ ਕਰਨੀ ਸਿੱਖ ਜਾਓ ਉਸ ਲਈ ਕੁਝ ਵੀ ਔਖਾ ਨਹੀਂ ਹੁੰਦਾ। ਉਡੀਕ ਦੀ ਸਮਰੱਥਾ ਤੋਂ ਬਿਨਾਂ ਪਿਆਰ ਦੀ ਸੰਭਾਵਨਾ ਉਜਾਗਰ ਨਹੀਂ ਹੁੰਦੀ। ਉਡੀਕ ਸਾਨੂੰ ਦੂਜਿਆਂ ਦੀਆਂ ਘਾਟਾਂ ਨੂੰ ਸਵੀਕਾਰ ਕਰਨ ਦਾ ਸਲੀਕਾ ਸਿਖਾਉਂਦੀ ਹੈ। ਅਸੀਂ ਕਿਸੇ ਨੂੰ ਉਦੋਂ ਤੱਕ ਖੁੱਲ੍ਹ ਕੇ ਪਿਆਰ ਨਹੀਂ ਕਰਦੇ ਜਦੋਂ ਤੱਕ ਸਾਨੂੰ ਇਹ ਨਿਸ਼ਚਾ ਨਹੀਂ ਹੋ ਜਾਂਦਾ ਕਿ ਉਹ ਸਾਡੀ ਉਡੀਕ ਕਰੇਗੀ, ਉਹ ਸਾਡੀ ਉਡੀਕ ਕਰੇਗਾ। ਬਿਨਾਂ ਫਰਜ਼ ਨਿਭਾਏ ਸਵੈ ਭਰੋਸੇ ਦੀ ਆਸ ਕਰਨੀ ਨਿਰਮੂਲ ਹੈ। ਫਰਜ਼ ਨਿਭਾਏ ਬਿਨਾਂ ਸੁੱਖ ਦੀ ਆਸ ਵੀ ਨਿਰਮੂਲ ਹੈ। ਫਰਜ਼ ਉਹ ਸੰਕਲਪ ਹੈ ਜਿਸ ਦੀ ਚਰਚਾ ਨਹੀਂ ਹੋ ਸਕਦੀ। ਚਰਚਾ ਸਦਾ ਹੀ ਫਰਜ਼ ਨਾ ਨਿਭਾਉਣ ਦੀ ਹੁੰਦੀ ਹੈ। ਸਿਹਤ ਦੀ ਕੋਈ ਚਰਚਾ ਸੰਭਵ ਨਹੀਂ, ਚਰਚਾ ਕੇਵਲ ਬਿਮਾਰੀ ਦੀ ਹੀ ਹੋ ਸਕਦੀ ਹੈ। ਗਿਆਨ ਦੀ ਚਰਚਾ ਨਹੀਂ ਹੋ ਸਕਦੀ, ਗਿਆਨ ਤਾਂ ਝੋਲੀ ਹੀ ਪਵਾਇਆ ਜਾ ਸਕਦਾ ਹੈ। ਚਰਚਾ
ਅਗਿਆਨਤਾ ਦੀ ਹੀ ਹੋ ਸਕਦੀ ਹੈ। ਸਵੈ ਭਰੋਸਾ ਪਰਮ ਤੰਦਰੁਸਤ ਅਹਿਸਾਸ ਦਾ ਨਾਂ ਹੈ। ਡਰ ਅਤੇ ਚਿੰਤਾ ਇਸ ਗੱਲ ਦੀ ਗਵਾਹੀ ਹਨ ਕਿ ਤੁਸੀਂ ਗਲਤ ਹੋ। ਚੇਤਨ ਹੋ ਕੇ ਔਖੇ ਰਾਹਾਂ 'ਤੇ ਪੈਣਾ ਹੀ ਤਪੱਸਿਆ ਹੈ। ਜਿਵੇਂ ਉੱਚਾ ਬੋਲਣ ਵਾਲਿਆਂ ਨੂੰ ਲਾਇਬ੍ਰੇਰੀ ਵਿੱਚ ਆਨੰਦ ਪ੍ਰਾਪਤੀ ਦੀ ਇੱਛਾ ਤਿਆਗ ਦੇਣੀ ਚਾਹੀਦੀ ਹੈ, ਉਵੇਂ ਹੀ ਜਿਹੜੇ ਸੌਖੀਆਂ ਜਿੱਤਾਂ ਦੇ ਆਦੀ ਹਨ ਉਹ ਆਤਮ ਬਲ ਜਾਂ ਸਵੈ ਭਰੋਸੇ ਜਾਂ ਸਰਬੱਤ ਦੇ ਭਲੇ ਦੇ ਮਿੱਠੇ ਪਾਣੀਆਂ ਦੇ ਚਸ਼ਮਿਆਂ ਦੀ ਆਸ ਨਾ ਲਾਉਣ। ਮਨੁੱਖ ਦਾ ਰੂਹਾਨੀ ਅਨੁਭਵ ਉਸਦੇ ਕਰਮਾਂ ਦੇ ਖੇਤਰਫਲ ਤੋਂ ਵੱਡਾ ਨਹੀਂ ਹੋ ਸਕਦਾ। ਜੋ ਹਨੇਰੇ ਵਿੱਚ ਰਹਿੰਦਾ ਹੈ ਉਸਦੇ ਸੁਭਾਅ ਵਿੱਚ ਹਨੇਰਾ ਹੁੰਦਾ ਹੈ। ਜਦੋਂ ਸਰੀਰ ਰੋਗੀ ਹੋਵੇ ਤਾਂ ਨਿਰਸੰਦੇਹ ਸਾਰਾ ਧਿਆਨ ਸਰੀਰ ਹੀ ਮੰਗ ਲੈਂਦਾ ਹੈ। ਸੱਚ ਤਾਂ ਇਹ ਹੈ ਕਿ ਉਹਨਾਂ ਦਾ ਸਰੀਰ ਹੀ ਰੋਗੀ ਹੁੰਦਾ ਹੈ ਜਿਨ੍ਹਾਂ ਦਾ ਸਾਰਾ ਧਿਆਨ ਹੀ ਸਰੀਰ ਵੱਲ ਹੁੰਦਾ ਹੈ। ਸਾਡਾ ਸਰੀਰ ਇਸ ਸੰਸਾਰ ਵਿੱਚ ਸਾਡੇ ਹੋਣ ਦਾ ਵਸੀਲਾ ਹੈ। ਅਸੀਂ ਸਰੀਰ ਰਾਹੀਂ ਇਸ ਸੰਸਾਰ ਵਿੱਚ ਵਿਚਰਦੇ ਹਾਂ, ਸਰੀਰ ਲਈ ਨਹੀਂ। ਨਲਕੇ ਰਾਹੀਂ ਪਾਣੀ ਆਉਂਦਾ ਹੈ, ਨਲਕੇ ਵਿੱਚੋਂ ਨਹੀਂ। ਆਤਮ ਬਲ ਵਾਲਾ ਵਿਅਕਤੀ ਸਰੀਰ ਦਾ ਦਾਸ ਨਹੀਂ ਹੁੰਦਾ, ਉਸਦੀ ਟੇਕ ਕਿਧਰੇ ਹੋਰ ਹੁੰਦੀ ਹੈ। ਉਹ ਜਾਣਦਾ ਹੈ ਕਿ ਮਹਾਨ ਗਿਆਨ ਨੂੰ ਮਹਾਨ ਧੀਰਜ ਤੋਂ ਬਿਨਾਂ, ਅਨੰਤ ਨੂੰ ਅਨੰਤ ਧੀਰਜ ਤੋਂ ਬਿਨਾਂ ਪ੍ਰਾਪਤ ਕਰਨਾ ਅਸੰਭਵ ਹੈ। ਧੀਰਜ ਨਾਲ ਸਭ ਚੀਜ਼ਾਂ ਸਮਾਂ ਪਾ ਕੇ ਸੌਖੀਆਂ ਹੋ ਜਾਂਦੀਆਂ ਹਨ। ਸਵੈ ਭਰੋਸੇ ਤੋਂ ਵਿਰਵੇ ਵਿਅਕਤੀ ਅਕਸਰ ਆਪਣੇ ਤੋਂ ਹੇਠਾਂ ਦਾ ਸਾਥ ਲੱਭਣ ਲੱਗ ਪੈਂਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਸੁੱਖ ਦੀ ਇੱਛਾ ਨਾਲ ਸੰਨਿਆਸ ਲੈਂਦੇ ਹਨ ਉਹ ਦੁਖੀ ਹੁੰਦੇ ਹਨ। ਅਗਿਆਨੀਆਂ ਦਾ ਜੀਵਨ ਇੱਕ ਦੂਜੇ ਦੇ ਅਗਿਆਨ ਦੇ ਆਸਰੇ ਖਲੋਤਾ ਹੁੰਦਾ ਹੈ। ਸੰਸਾਰ ਵਿੱਚ ਜਿੰਨੇ ਪਾਪ ਹੋ ਰਹੇ ਹਨ ਉਹਨਾਂ ਲਈ ਅਸੀਂ ਵੀ ਜ਼ਿੰਮੇਵਾਰ ਹਾਂ। ਸਵੈ ਭਰੋਸਾ ਹੋਣਾ ਹੀ ਕ੍ਰਾਂਤੀਕਾਰੀ ਹੋਣਾ ਹੈ, ਕਿਉਂਕਿ ਸਵੈ ਭਰੋਸਾ ਮਨੁੱਖ ਦੇ ਭਲੇ ਹਿੱਤ ਹੀ ਵਰਤਿਆ ਜਾ ਸਕਦਾ ਹੈ। ਇਸ ਦੀ ਦੁਰਵਰਤੋਂ ਸੰਭਵ ਨਹੀਂ ਹੁੰਦੀ। ਦੁਰਵਰਤੋਂ ਤਾਂ ਕੇਵਲ ਡਰ ਤੇ ਭੈ ਦੀ ਹੀ ਕੀਤੀ ਜਾ ਸਕਦੀ ਹੈ। ਵੇਖਿਆ ਗਿਆ ਕਿ ਵਿਸ਼ੇਸ਼ ਲਗਾਓ ਜਾਂ ਵਿਸ਼ੇਸ਼ ਝੁਕਾਓ ਸਧਾਰਨ ਚੀਜ਼ ਨੂੰ ਵੀ ਵਿਸ਼ੇਸ਼ ਬਣਾ ਦਿੰਦਾ ਹੈ। ਪਿਆਰ ਦੇ ਖੇਤਰ ਵਿੱਚ ਇਸ ਅਸੂਲ ਦਾ ਅਮਲੀ ਪੱਖ ਤੁਸੀਂ ਸਹਿਜੇ ਹੀ ਵੇਖ ਸਕਦੇ ਹੋ। ਬਹੁਤੇ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਸਾਨੂੰ ਆਤਮ ਬਲ ਜਾਂ ਸਵੈ ਭਰੋਸੇ ਨੂੰ ਪ੍ਰਗਟਾਉਣ ਦੇ ਅਵਸਰ ਨਹੀਂ ਮਿਲਦੇ। ਮੇਰਾ ਉੱਤਰ ਹੈ ਕਿ ਜੇ ਤੁਸੀਂ ਅਵਸਰ ਮਿਲਣ ਦੀ ਉਡੀਕ ਕਰੋਗੇ ਤਾਂ ਇਹ ਅਵਸਰ ਕਦੀ ਵੀ ਨਹੀਂ ਮਿਲੇਗਾ। ਤੁਸੀਂ ਜਿੱਥੇ ਵੀ ਹੋ, ਜਿਸ ਸਥਿਤੀ ਵਿੱਚ ਵੀ ਹੋ, ਆਪਣੇ ਆਲੇ ਦੁਆਲੇ ਨੂੰ ਬਦਲ ਸਕਦੇ ਹੋ। ਆਪਣੇ ਆਪ ਤੋਂ ਸ਼ੁਰੂ ਕਰੋ। ਤੁਹਾਡੀ ਆਪਣੇ ਬਾਰੇ ਕੀ ਰਾਏ ਹੈ? ਕੀ ਤੁਸੀਂ ਉਸ ਰਾਏ ਨਾਲ ਸੰਤੁਸ਼ਟ ਹੋ? ਕੀ ਤੁਸੀਂ ਇਸ ਰਾਏ ਨੂੰ ਚੰਗੇਰੀ ਬਣਾ ਨਹੀਂ ਸਕਦੇ? ਸੱਚ ਤਾਂ ਇਹ ਹੈ ਕਿ ਅਜੋਕੇ ਯੁੱਗ ਵਿੱਚ ਮਨੁੱਖੀ ਅਹਿਸਾਸ ਦਾ ਕਾਲ ਪਿਆ ਹੋਇਆ ਹੈ ਅਤੇ ਇਸ ਲਈ ਅਸੀਂ ਵੀ ਜ਼ਿੰਮੇਵਾਰ ਹਾਂ। ਅਹਿਸਾਸ ਕਮਾਇਆ ਜਾਂਦਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਸਰੋਤ ਤੁਹਾਡਾ ਆਪਣਾ ਕੰਮ ਹੈ। ਜਿਹੜੇ ਆਪਣੇ ਕੰਮ ਤੋਂ ਭਗੌੜੇ ਹੋਏ ਹਨ ਉਹ ਨਾ ਕਿਸੇ ਮੰਜ਼ਿਲ 'ਤੇ ਅੱਪੜਦੇ ਹਨ ਅਤੇ ਨਾ ਹੀ ਕਿਸੇ ਨਾਲ ਡੂੰਘਾ ਰਿਸ਼ਤਾ ਉਸਾਰ ਸਕਦੇ ਹਨ। ਜੇ ਤੁਹਾਨੂੰ ਕਦੇ ਕੋਈ ਮੁਸੀਬਤ ਪਵੇ ਤਾਂ ਸਹਿਯੋਗ ਲਈ, ਹੱਲ ਲੱਭਣ ਲਈ ਕਿਸੇ ਸਭ ਤੋਂ ਵੱਧ ਰੁੱਝੇ ਹੋਏ ਬੰਦੇ ਕੋਲ ਜਾਣਾ। ਉਹੀ ਤੁਹਾਡੀ ਮਦਦ ਕਰ ਸਕੇਗਾ। ਉਸ ਕੋਲ ਹੀ ਤੁਹਾਡੀ ਸਮੱਸਿਆ ਸੁਣਨ ਅਤੇ ਹੱਲ ਸੁਝਾਉਣ ਲਈ ਸਮਾਂ ਹੋਏਗਾ। ਕਿਸੇ ਵਿਹਲੜ ਕੋਲ ਨਾ ਜਾਣਾ, ਕਿਉਂਕਿ ਉਸ ਕੋਲ ਸਮਾਂ ਨਹੀਂ ਹੋਏਗਾ। ਜਦੋਂ ਤੁਸੀਂ ਆਪਣੇ ਨਿਰਧਾਰਤ ਕੰਮ ਵਿੱਚ ਰੁੱਝ ਜਾਓਗੇ ਤਾਂ ਤੁਹਾਡੇ ਅਨੁਭਵ ਦੀ ਤਾਸੀਰ ਬਦਲ ਜਾਏਗੀ। ਤੁਹਾਡੇ ਵਿੱਚ ਆਤਮ ਵਿਸ਼ਵਾਸ ਆ ਜਾਏਗਾ। ਤੁਹਾਨੂੰ ਆਪਣਾ ਆਪ ਚੰਗਾ ਲੱਗੇਗਾ। ਨਾ ਕੇਵਲ ਤੁਸੀਂ ਆਪਣੀਆਂ ਸਮੱਸਿਆਵਾਂ ਸੁਲਝਾਓਗੇ, ਸਗੋਂ ਦੂਜਿਆਂ ਦੀ ਮਦਦ ਕਰਨ ਲਈ ਵੀ ਤੁਹਾਡੇ ਵਿੱਚ ਸਮਾਂ ਅਤੇ ਸਮਰੱਥਾ ਦੋਵੇਂ ਉਪਜ ਪੈਣਗੀਆਂ। ਤੁਸੀਂ ਤੰਗ ਗਲੀਆਂ ਵਿੱਚੋਂ ਨਿਕਲ ਕੇ ਜ਼ਿੰਦਗੀ ਦੀ ਜਰਨੈਲੀ ਸੜਕ 'ਤੇ ਆ ਜਾਓਗੇ। ਮਨੁੱਖ ਦਾ ਬਲੀ ਹੱਥ ਹਰ ਚੀਜ਼ ਵਿੱਚ ਜਾਨ ਪਾ ਦਿੰਦਾ ਹੈ। ਮਨ ਦੇ ਬੂਹੇ ਬਾਰੀਆਂ ਨਵੇਂ ਵਿਚਾਰਾਂ, ਸੰਕਲਪਾਂ ਅਤੇ ਵਿਸ਼ਵਾਸਾਂ ਲਈ ਖੋਲ੍ਹਣ ਤੋਂ ਬਿਨਾਂ ਜ਼ਿੰਦਗੀ ਵਿੱਚ ਨਵੇਂ ਚਾਅ ਨਹੀਂ ਭਰੇ ਜਾ ਸਕਦੇ।
ਜੇਕਰ ਸੰਸਾਰ ਸਾਡੀ ਨੇਕੀ ਲਈ ਸਾਨੂੰ ਕੁਝ ਨਹੀਂ ਦਿੰਦਾ ਤੇ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਪੂਰੀ ਤਰ੍ਹਾਂ ਨੇਕ ਨਹੀਂ ਹਾਂ। ਦੁਨੀਆ ਕਦੇ ਵੀ ਗਲਤ ਨਹੀਂ ਤੋਲਦੀ। ਇਹ ਪਰਖਿਆ ਹੋਇਆ ਸੱਚ ਹੈ ਕਿ ਸੰਸਾਰ ਤੁਹਾਡੇ ਵਿੱਚ ਤਾਂ ਹੀ ਵਿਸ਼ਵਾਸ ਪ੍ਰਗਟਾਏਗਾ ਜੇ ਤੁਹਾਡਾ ਆਪਣੇ ਆਪ ਵਿੱਚ ਵਿਸ਼ਵਾਸ ਹੈ। ਇਸ ਸੰਬੰਧ ਵਿੱਚ ਸੰਸਾਰ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਦੁਨੀਆ ਆਤਮ ਵਿਸ਼ਵਾਸ ਤੇ ਘੁਮੰਡ ਵਿਚਲਾ ਅੰਤਰ ਖੂਬ ਜਾਣਦੀ ਹੈ। ਘੁਮੰਡ ਤੇ ਆਤਮ ਵਿਸ਼ਵਾਸ ਵਿਚਕਾਰ ਬੁਨਿਆਦੀ ਅੰਤਰ ਹੈ। ਆਤਮ ਵਿਸ਼ਵਾਸ ਤੁਹਾਡੇ ਗਿਆਨ ਤੇ ਕੀਤੇ ਕਾਰਜਾਂ ਤੇ ਨਿਭਾਏ ਕਰਤੱਵਾਂ ਵਿੱਚੋਂ ਉਪਜਦਾ ਹੈ, ਜਦੋਂ ਕਿ ਘੁਮੰਡ ਉਹਨਾਂ ਇੱਛਾਵਾਂ ਤੇ ਵਿਉਂਤਾਂ ਉੱਤੇ ਉਸਰਿਆ ਹੁੰਦਾ ਹੈ ਜਿਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੀ ਸਾਡੀ ਤਾਂਘ ਤਾਂ ਹੁੰਦੀ ਹੈ, ਪਰ ਯਤਨ ਨਹੀਂ ਹੁੰਦਾ। ਘੁਮੰਡ ਦੀ ਮੁਨਾਦੀ ਕੀਤੀ ਜਾਂਦੀ ਹੈ, ਜਦਕਿ ਆਤਮ ਵਿਸ਼ਵਾਸ ਲੁਕਾ ਕੇ ਆਪਣੇ ਸਧਾਰਨ ਹੋਣ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਆਤਮ ਵਿਸ਼ਵਾਸ ਮਨ ਦਾ ਉਹ ਭਾਵ ਹੈ ਜਿਸ ਦੀ ਨੁਮਾਇਸ਼ ਨਹੀਂ ਲਾਈ ਜਾਂਦੀ। ਲੋਕ ਆਪਣੇ ਯਤਨਾਂ ਨਾਲ ਤੁਹਾਨੂੰ ਲੱਭ ਲੈਂਦੇ ਹਨ ਤੇ ਤੁਹਾਨੂੰ ਜਾਣ ਜਾਂਦੇ ਹਨ ਤੇ ਤੁਹਾਡੇ ਪੈਰੋਕਾਰ ਬਣਨ ਵਿੱਚ ਖੁਸ਼ੀ ਅਨੁਭਵ ਕਰਦੇ ਹਨ। ਗਿਆਨ ਵਿਹੂਣਾ ਤੇ ਦਿਸ਼ਾਹੀਨ ਆਤਮ ਵਿਸ਼ਵਾਸ ਕਿਸੇ ਲੇਖੇ ਨਹੀਂ ਲੱਗਦਾ। ਕੋਰਸਾਂ ਦੀਆਂ ਕਿਤਾਬਾਂ ਗਿਆਨ ਪ੍ਰਾਪਤੀ ਦੀ ਜਾਗ ਹੀ ਲਾਉਂਦੀਆਂ ਹਨ, ਉਹਨਾਂ ਨੂੰ ਹੀ ਗਿਆਨ ਸਮਝ ਲੈਣਾ ਭੁੱਲ ਹੈ। ਆਪਣੇ ਆਪ ਉੱਤੇ ਵਿਸ਼ਵਾਸ ਕਰੋ। ਸੰਸਾਰ ਨੂੰ ਆਪਣੀਆਂ ਵਿਉਂਤਾਂ ਨਾ ਦੱਸੋ, ਉਹਨਾਂ ਨੂੰ ਅਮਲ 'ਚ ਲਿਆਓ। ਦੁਨੀਆ ਤੁਹਾਨੂੰ ਲੱਭ ਲਏਗੀ, ਕਿਵੇਂ ਵੀ ਲੱਭੇ ਤੁਹਾਨੂੰ ਲੱਭ ਲਏਗੀ। ਆਪਣੀ ਪਰਸੂਤ ਪੀੜਾ ਦੀਆਂ ਕਹਾਣੀਆਂ ਹੀ ਨਾ ਸੁਣਾਈ ਜਾਓ। ਜਿਨ੍ਹਾਂ ਨਤੀਜਿਆਂ ਨੂੰ ਤੁਸੀਂ ਜਨਮ ਦਿੱਤਾ ਹੈ ਉਹ ਕਿੱਥੇ ਹਨ? ਧੰਨਵਾਦ।